ਨੈਕਸਟ ਟੌਪਿਕ ਸਾਡੇ ਕੋਲ ਹੈਗਾ ਵੀ ਪ੍ਰੋਸੈਸ ਕੰਟਰੋਲ ਚਾਰਟ। ਪ੍ਰੋਸੈਸ ਕੰਟਰੋਲ ਦਾ ਮਤਲਬ ਕੀ ਹੁੰਦਾ, ਜਿਹੜੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਅਸੀਂ ਕਿੱਦਾਂ ਸੈਟਅਪ ਕਰਦੇ ਹੈਗੇ, ਉਹਨੂੰ ਕੰਟਰੋਲ ਕਰਨ ਮੀਨ ਤੁਸੀਂ ਪਹਿਲਾਂ ਡਿਸਾਈਡ ਕਰ ਲਿਆ ਵੀ ਅਸੀਂ ਇਹ ਕੰਮ ਕਰ ਰਹੇ ਹਾਂ, ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਤਾਂ ਸਾਨੂੰ ਆਣੀ ਨੇ ਜਦੋਂ ਅਸੀਂ ਕੰਮ ਕਰਾਂਗੇ, ਕਿਉਂਕਿ ਜਦੋਂ ਆਫਿਸ ਦੇ ਵਿੱਚ ਬੈਠ ਕੇ ਡਿਜ਼ਾਈਨ ਰੈਡੀ ਕਰ ਲੈਣਾ, ਫਿਰ ਉਹਦੇ ਉੱਪਰ ਵਰਕ ਕਰਨਾ, ਕੁਛ ਨਾ ਕੁਛ ਤਾਂ ਚੇਂਜਸ ਥੋੜੀਆਂ ਬਹੁਤ ਹੁੰਦੀਆਂ ਨੇ। ਉਹ ਚੇਂਜਸ ਨੂੰ ਅਸੀਂ ਕਿੱਦਾਂ ਕੰਟਰੋਲ ਕਰਦੇ, ਉਹਨੂੰ ਅਸੀਂ ਪ੍ਰੋਸੈਸ ਕੰਟਰੋਲ ਹੀ ਕਹਿੰਦੇ ਹੈਗੇ। ਇਹਨਾਂ ਨੇ ਲਿਖਿਆ ਵੀ ਡਿਜ਼ਾਈਨ ਆਫ ਮੈਨੂਫੈਕਚਰਿੰਗ ਪ੍ਰੋਸੈਸ ਐਂਡ ਸਰਵਿਸ ਡਿਲੀਵਰੀ ਸਿਸਟਮ ਕੈਨ ਨਾਟ ਬੀ ਮੇਡ ਵਿਦਆਊਟ ਕੰਸੀਡਰਿੰਗ ਪ੍ਰੋਡਕਟ ਡਿਜ਼ਾਈਨ ਡਿਸੀਜਨ। ਅਗਰ ਅਸੀਂ ਕਹਿੰਦਾ ਕਿਸੇ ਵੀ ਪ੍ਰੋਡਕਟ ਦਾ ਡਿਜ਼ਾਈਨ ਤੇ ਡਿਸੀਜਨ ਨਹੀਂ ਲਵਾਂਗੇ, ਅਸੀਂ ਕਦੀ ਵੀ ਮੈਨੂਫੈਕਚਰਿੰਗ ਪ੍ਰੋਸੈਸ ਨੂੰ ਜੋ ਹੈ ਪ੍ਰੋਪਰ ਕੰਟਰੋਲ ਨਹੀਂ ਕਰ ਸਕਦੇ। ਜਿਸ ਚੀਜ਼ ਦੇ ਤੁਹਾਡੇ ਕੋਲ ਡਿਜ਼ਾਈਨ ਹੀ ਨਹੀਂ ਹੋਣਗੇ, ਤੁਸੀਂ ਕਿਸ ਤਰ੍ਹਾਂ ਕੰਮ ਕਰ ਲਓਗੇ। ਮੈਨੀ ਐਸਪੈਕਟਸ ਆਫ ਪ੍ਰੋਡਕਟ ਡਿਜ਼ਾਈਨ ਕੈਨ ਬੀ ਐਡਵਰਸਲੀ ਅਫੈਕਟ ਆਪਰੇਸ਼ਨ ਪਰਫਾਰਮੈਂਸ। ਕਈ ਵਾਰ ਇਦਾਂ ਦਾ ਵੀ ਹੁੰਦਾ ਹੈ, ਕਈ ਵਾਰ ਕਿਸੇ ਪ੍ਰੋਡਕਟ ਦੇ ਡਿਜ਼ਾਈਨਸ ਕਈ ਵਾਰ ਉਲਟ ਹੀ ਇਫੈਕਟ ਵੀ ਕਰ ਜਾਂਦੇ ਹੈਗੇ ਆ। ਉਹਨਾਂ ਚੀਜ਼ਾਂ ਨੂੰ ਹੀ ਕੰਟਰੋਲ ਕਰਨਾ ਕਹਿੰਦੇ ਹੈਗੇ, ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਕੰਟਰੋਲ ਕਰ ਰਹੇ ਹੋ। ਨਿਊ ਪ੍ਰੋਡਕਟ ਸਰਵਿਸ ਮਸਟ ਬੀ ਪ੍ਰੋਡਿਊਸਡ ਡਿਲੀਵਰਡ ਐਫੀਸ਼ੀਐਂਟਲੀ ਐਟ ਲੋ ਕੋਸਟ ਔਨ ਟਾਈਮ ਵਿਦ ਕੁਆਲਿਟੀ ਸਟੈਂਡਰਡ। ਜਦੋਂ ਵੀ ਕੋਈ ਨਿਊ ਪ੍ਰੋਡਕਟ ਆਊਗਾ, ਅਸੀਂ ਉਹਨੂੰ ਕਦਾਂ ਟਾਈਮ ਦੇ ਉੱਪਰ ਪਹੁੰਚਾਉਣਾ ਹੁੰਦਾ ਮਾਰਕੀਟ ਦੇ ਵਿੱਚ, ਘੱਟ ਸਮੇਂ ਦੇ ਵਿੱਚ ਔਰ ਘੱਟ ਕੋਸਟ ਦੇ ਨਾਲ। ਪ੍ਰੋਸੈਸ ਟੈਕਨੋਲੋਜੀ ਡਿਸੀਜਨ ਰਿਲੇਟਡ ਟੂ ਦੀ ਆਰਗੇਨਾਈਜੇਸ਼ਨ ਪ੍ਰੋਸੈਸ ਫਲੋ, ਚੂਜ਼ਿੰਗ ਐਪਰੋਪ੍ਰੀਏਟ ਪ੍ਰੋਡਕਟ ਪ੍ਰੋਸੈਸ, adopting process meet strategic objective and evaluating process। ਪ੍ਰੋਸੈਸ ਟੈਕਨੋਲੋਜੀ ਜਿਹੜੀ ਹੈ ਕਹਿੰਦਾ ਇਹਦੇ ਨਾਲ ਡੀਲ ਕਰਦੀ ਵੀ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਡਕਟ ਦਾ ਪ੍ਰੋਸੈਸ ਰੈਡੀ ਸਿਲੈਕਟ ਕਰਨਾ ਹੈਗਾ, ਕਿਹੜੇ ਪ੍ਰੋਡਕਟ ਤੁਸੀਂ ਮਿਕਸ ਅਡਾਪਟ ਕਰੋਗੇ। ਮੀਨਸ ਸਿੰਗਲ ਪ੍ਰੋਡਕਟ ਤੋਂ ਮਾਰਕੀਟ ਦੇ ਵਿੱਚ ਚੱਲਣਾ ਮੁਸ਼ਕਿਲ ਵੀ ਹੋ ਜਾਂਦਾ ਕਈ ਵਾਰ। ਤੁਹਾਡੇ ਆਬਜੈਕਟਿਵ ਕੀ ਹੋਣਗੇ, ਪਲੱਸ ਤੁਹਾਡੀ ਇਵੈਲੂਏਟਿੰਗ ਸਕੀਮਸ ਕੀ ਹੋਣਗੀਆਂ, ਮੀਨਸ ਤੁਸੀਂ ਪਰਫਾਰਮੈਂਸ ਕਿੱਦਾਂ ਕੰਪਲੀਟ ਕਰੋਗੇ। ਜਦੋਂ ਵੀ ਅਸੀਂ ਕਹਿੰਦਾ ਕਿਸੇ ਕੰਪਨੀ ਦੇ ਪ੍ਰੋਸੈਸ ਨੂੰ ਸਮਝਣ ਦੀ ਗੱਲ ਕਰਦੇ ਹੈਗੇ ਤਾਂ ਸਾਡੇ ਕੋਲ ਪਹਿਲਾਂ 3-4 ਕੁਐਸਚਨ ਮਾਈਂਡ ਦੇ ਵਿੱਚ ਆਉਂਦੇ ਨੇ। ਸਭ ਤੋਂ ਪਹਿਲਾਂ ਕੁਐਸਚਨ ਆਉਂਦਾ ਕਿ ਕੰਪਨੀ ਦਾ ਪ੍ਰੋਸੈਸ ਕੀ ਹੈ, ਵਾਟ ਇਜ਼ ਪ੍ਰੋਸੈਸ। ਸੈਕਿੰਡ ਆਉਂਦਾ ਵੀ ਆਰਗੇਨਾਈਜੇਸ਼ਨ ਕਿਹੜਾ ਬੈਸਟ ਪ੍ਰੋਸੈਸ ਜੋ ਹੈ ਚੂਜ਼ ਕਰੂਗੀ। ਥਰਡ ਆਉਂਦਾ ਹੈਗਾ ਕਿ ਕੰਪਨੀ ਨੂੰ ਕਹਿੰਦਾ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਕਿੱਦਾਂ ਦੀ ਕੈਪੈਸਿਟੀ ਚਾਹੀਦੀ ਹੈਗੀ। ਮੀਨਸ ਕੰਪਨੀ ਇਹ ਤਾਂ ਨਹੀਂ ਹੈ ਵੀ ਕਹਿ ਦੂਗੀ ਮੈਂ ਇਸ ਤਰ੍ਹਾਂ ਇੰਪਰੂਵ ਕਰੂੰਗੀ, ਲੇਕਿਨ ਕੁਛ ਨਾ ਕੁਛ ਤਾਂ ਤੁਹਾਡੇ ਕੋਲ ਮੈਥਡ ਜਾਂ ਕੋਈ ਤੁਹਾਡੇ ਕੋਲ ਟ੍ਰੇਨਡ EMPLOYEE ਜਾਂ ਫਿਰ ਐਕਸਪੀਰੀਅੰਸ ਹੈ, ਫਿਰ ਸਕਿਲਫੁਲ ਪਰਸਨਸ, ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਤੁਸੀਂ ਇੰਪਰੂਵਮੈਂਟ ਕਰ ਸਕਦੇ ਹੈਗੇ ਹੋ। ਇਹਨਾਂ ਕੁਐਸਚਨ ਦਾ ਆਨਸਰ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਸੇ ਵੀ ਕੰਪਨੀ ਨੂੰ, ਅਗਰ ਉਹਨੇ ਆਪਣੀ ਕੰਪਨੀ ਦੇ ਵਿੱਚ ਪ੍ਰੋਸੈਸ ਨੂੰ ਕੰਟਰੋਲ ਕਰਨਾ ਹੈ। ਕਿਉਂਕਿ ਜਦ ਤੱਕ ਸਾਨੂੰ ਪਤਾ ਹੀ ਨਹੀਂ ਹੋਊਗਾ ਕੰਪਨੀ ਵਿੱਚ ਕੰਮ ਕੀ ਹੈ, ਕੰਮ ਕਿਸ ਤਰ੍ਹਾਂ ਇੰਪਰੂਵ ਹੋਣਾ ਹੈਗਾ, ਕਿੰਨੇ ਸਾਡੇ ਕੋਲ ਮੀਨਸ ਆਬਜੈਕਟਿਵ ਨੇ, ਕਿੰਨੇ ਸਾਡੇ ਕੋਲ ਆਪਣੇ ਰਿਸੋਰਸਿਸ ਨੇ, ਇਹ ਪੁਆਇੰਟਸ ਕਲੀਅਰ ਹੋਣੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਪ੍ਰੋਸੈਸ ਕੰਟਰੋਲ ਚਾਰਟ ਦੇ ਵਿੱਚ ਸਾਡੇ ਕੋਲ ਆਉਂਦਾ ਹੈਗਾ ਐਨਾਲਾਈਜ਼ਿੰਗ ਏ ਪ੍ਰੋਸੈਸ। ਕਿਸੇ ਵੀ ਪ੍ਰੋਸੈਸ ਨੂੰ ਚੈੱਕ ਕਰਨਾ ਵੀ ਜਿਹੜਾ ਕੰਪਨੀ 'ਚ ਕੰਮ ਚੱਲ ਰਿਹਾ ਉਹ ਕਿਸ ਤਰ੍ਹਾਂ ਹੋ ਰਿਹਾ ਹੈ। ਦੇਖੋ ਲਿਖਿਆ ਵੀ ਹੈ ਪ੍ਰੋਸੈਸ ਏ ਪਾਰਟ ਆਫ ਆਰਗੇਨਾਈਜੇਸ਼ਨ that takes input and transforms them into outputs। ਪ੍ਰੋਸੈਸ ਕਹਿੰਦਾ ਕੰਪਨੀ ਦਾ ਇੱਕ ਪਾਰਟ ਹੁੰਦਾ ਜਿਹਦੇ ਵਿੱਚ ਕਹਿੰਦਾ ਇਨਪੁਟ ਰਿਸੋਰਸਿਸ ਨੂੰ ਆਊਟਪੁੱਟ ਰਿਸੋਰਸਿਸ ਦੇ ਵਿੱਚ ਟ੍ਰਾਂਸਫਾਰਮ ਕਰਿਆ ਜਾਂਦਾ ਹੈਗਾ, ਮੀਨਸ ਕਨਵਰਟ ਕਰਿਆ ਜਾਂਦਾ ਹੈਗਾ। ਦਾ ਵੈਲਿਊ ਆਫ ਪ੍ਰੋਸੈਸ ਜਨਰੇਟ ਅ ਡਿਫਰੈਂਸ ਬਿਟਵੀਨ ਦੀ ਵਟ ਫਾਈਨਲ ਪ੍ਰੋਡਕਟ ਇਜ਼ ਵਰਥ ਟੂ ਦੀ ਕਸਟਮਰ ਐਂਡ ਇਨੀਸ਼ੀਅਲ ਵੈਲਿਊ। ਹਮੇਸ਼ਾ ਵੈਲਿਊ ਇਨੀਸ਼ੀਅਲ ਵੈਲਿਊ ਤੋਂ ਜ਼ਿਆਦਾ ਹੁੰਦੀ ਹੈ ਜਦੋਂ ਤੁਹਾਡੇ ਕੋਲ ਫਾਈਨਲ ਪ੍ਰੋਡਕਟ ਬਣਨਾ ਹੈ। ਮੀਨਸ ਤੁਸੀਂ ਰॉ ਮਟੀਰੀਅਲ ਲਿਆ, ਉਹਦੀ ਵੈਲਿਊ ਘੱਟ ਹੈ, ਉਹਨੂੰ ਤੁਸੀਂ ਕੰਪਲੀਟ ਕਰਨਾ, ਉਸ ਤੋਂ ਬਾਅਦ ਉਹਦੀ ਵੈਲਿਊ ਤਾਂ ਜ਼ਿਆਦਾ ਰੱਖਣੀ ਹੁੰਦੀ ਹੈ ਕਿਉਂਕਿ ਤੁਹਾਡੇ ਆਪਣੇ ਖਰਚੇ ਵੀ ਲੱਗੇ ਹੁੰਦੇ ਨੇ। ਆਬਜੈਕਟਿਵ ਇਜ਼ ਟੂ ਪ੍ਰੋਸੈਸ ਟੂ ਪ੍ਰੋਵਾਈਡ ਦੀ ਮੈਕਸਿਮਮ ਓਵਰਆਲ ਵੈਲਿਊ ਆਫ ਕਸਟਮਰ ਇਨ ਦੀ ਪ੍ਰੋਡਕਟ। ਮੇਨ ਆਬਜੈਕਟਿਵ ਸਾਡੀ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਵੀ ਅਸੀਂ ਕਸਟਮਰ ਨੂੰ ਮੈਕਸਿਮਮ ਪ੍ਰੋਵਾਈਡ ਕਰ ਸਕੀਏ ਘੱਟ ਤੋਂ ਘੱਟ ਕੀਮਤ ਦੇ ਵਿੱਚ। ਇਹਨੂੰ ਹੀ ਅਸੀਂ ਪ੍ਰੋਸੈਸ ਕਹਿੰਦੇ ਹੈਗੇ ਕੰਪਨੀ ਦੇ ਵਿੱਚ। ਇਹਨਾਂ ਨੇ ਉਸ ਤੋਂ ਬਾਅਦ ਇੱਕ ਕੰਪਨੀ ਦੀ ਕੋਈ ECIL ਕੰਪਨੀ ਹੈ, ਉਹਨਾਂ ਦੀ ਫੋਰਜਿੰਗ ਕੰਪਨੀ ਹੈ। ਫੋਰਜਿੰਗ ਸਮਝ ਤੋਂ ਜਿਨ੍ਹਾਂ ਦੇ ਵਿੱਚ ਉਹ ਮੀਨਸ ਅਸੀਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਦਿਖਾਇਆ ਵੀ ਹੋਇਆ ਪਾਈਪ ਜੇ ਜਿਵੇਂ ਉਹ ਬਣਾਉਂਦੇ ਸੀ, ਐਗਜ਼ਾਮਪਲ ਟੂਲਸ ਬਣਾਉਂਦੇ ਆ ਜਿਵੇਂ ਇਹਨਾਂ ਨੇ ਦੇਖੋ ਟੂਲਸ ਬਣਾਇਆ, ਉਹ ਪਾਈਪ ਹੈ, ਉਸ ਤੋਂ ਬਾਅਦ ਉਹਨੂੰ ਡਿਊਰਿੰਗ ਕੀਤਾ ਗਿਆ, ਉਹਨੂੰ ਕਟਿੰਗ ਕਰਕੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਲਾਸਟ ਦੇ ਵਿੱਚ ਟੂਲ ਰੈਡੀ ਕੀਤਾ ਜਿਵੇਂ ਗੱਡੀਆਂ ਦੇ ਨਟ ਬੋਲਟ ਖੋਲਣ ਲਈ ਹੁੰਦਾ ਹੈਗਾ। ਇਹ ਪੂਰੀ ਉਹਨਾਂ ਨੇ ਇੱਕ ਪ੍ਰੋਸੈਸ ਲਿਖੀ ਹੋਈ ਹੈ, ਕਹਿੰਦਾ ਕਿਸੇ ਕੰਪਨੀ ਦੇ ਵਿੱਚ ਕਿਸ ਤਰ੍ਹਾਂ ਕੰਮ ਕੰਪਲੀਟ ਹੁੰਦਾ ਹੈ, ਉਹਨੂੰ ਅਸੀਂ ਪ੍ਰੋਸੈਸ ਹੀ ਕਿਉਂਕਿ ਇਹਨਾਂ ਨੇ ਇਸ ਨੂੰ ਪਹਿਲੇ ਲਿਖ ਲਿਆ। ਪ੍ਰੋਸੈਸ ਦਾ ਮਤਲਬ ਕੀ ਹੈ, ਇਨਪੁਟ ਨੂੰ ਆਊਟਪੁੱਟ ਦੇ ਵਿੱਚ ਕਨਵਰਟ ਕਰਨਾ। ਇਨਪੁਟ ਨੂੰ ਆਊਟਪੁੱਟ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਤੁਹਾਡੀ ਕੋਸਟ ਤਾਂ ਲੱਗਣੀ ਹੈਗੀ ਹੈ। ਜਿਵੇਂ ਐਗਜ਼ਾਮਪਲ ਦਿਖਾਇਆ ਗਿਆ, ਸਾਡੇ ਕੋਲ ਬਿਫੋਰ ਇੱਕ ਸਾਡੇ ਕੋਲ ਪਾਈਪ ਜਿਹਾ ਸੀਗਾ ਲੋਹੇ ਦਾ, ਅਸੀਂ ਉਹਨੂੰ ਡਿਊਰਿੰਗ ਮੀਨਸ ਟ੍ਰਾਂਸਫਾਰਮ ਪ੍ਰੋਸੈਸ ਦੇ ਵਿੱਚ ਆ ਕੇ ਕਟਿੰਗ ਕਰਕੇ ਉਹਦਾ ਡਿਜ਼ਾਈਨ ਕਰਕੇ ਲਾਸਟ ਦੇ ਵਿੱਚ ਉਹਨੂੰ ਇੱਕ ਟੂਲ ਬਣਾ ਦੇ ਰਹੇ ਹਾਂ। ਤੇ ਇਹਨਾਂ ਨੇ ਪ੍ਰੋਸੈਸ ਲਿਖਿਆ ਵੀ ਕੋਈ ਫੋਰਜਿੰਗ ਕੰਪਨੀ ਉਹਨੂੰ ਮਸ਼ੀਨ ਦੇ ਵਿੱਚ ਕਿੱਦਾਂ ਸੈੱਟ ਕਰਦੀ ਹੈ। ਇਹ ਸਾਨੂੰ ਪੂਰਾ ਪੜ੍ਹਨ ਦੀ ਤਾਂ ਲੋੜ ਹੈ ਨਹੀਂ ਇਹਦੇ ਵਿੱਚ, ਕਿਉਂਕਿ ਜਦੋਂ ਤੁਹਾਨੂੰ ਕੰਪਨੀ ਕੁਐਸਚਨ ਆਉਣਾ ਪ੍ਰੋਸੈਸ ਕੰਟਰੋਲ ਚਾਰਟ ਕੀ ਹੈ ਤਾਂ ਤੁਸੀਂ ਉਹਦੇ ਵਿੱਚ ਇਹੀ ਲਿਖੋਗੇ ਵੀ ਸਭ ਤੋਂ ਪਹਿਲਾਂ ਸਟੈਪ ਇਹਦੇ ਵਿੱਚ ਹੁੰਦਾ ਕਿ ਸਾਨੂੰ ਪ੍ਰੋਸੈਸ ਨੂੰ ਚੈੱਕ ਕਰਨਾ ਹੁੰਦਾ ਵੀ ਪ੍ਰੋਸੈਸ ਕੀ ਹੈ। ਆਪਣੇ ਵੱਲੋਂ ਐਗਜ਼ਾਮਪਲ ਕੁਝ ਵੀ ਲਿਖ ਦੇਣਾ ਵੀ ਇੱਕ ਸਿੰਪਲ ਪਾਈਪ ਤੋਂ ਜਦੋਂ ਕੋਈ ਟੂਲ ਰੈਡੀ ਕਰਨਾ, ਉਹ ਕਿਸੇ ਕੰਪਨੀ ਦੀ ਪ੍ਰੋਸੈਸ ਹੁੰਦੀ ਹੈ। ਲੇਕਿਨ ਕੰਪਨੀ ਆਲਵੇਜ਼ ਕੋਸ਼ਿਸ਼ ਇਹ ਕਰਦੀਆਂ ਹੁੰਦੀਆਂ ਨੇ ਅਸੀਂ ਜਿਹੜੀ ਕਸਟਮਰ ਦੀ ਡਿਮਾਂਡ ਹੁੰਦੀ ਹੈ, ਜਿੰਨੀ ਕੁ ਕੀਮਤ ਉਹਨਾਂ ਨੂੰ ਲੱਗਦਾ ਹੁੰਦਾ ਵੀ ਇੰਨੀ ਕੀਮਤ ਦੇ ਵਿੱਚ
ਕਸਟਮਰ ਨੂੰ ਮੈਕਸਿਮਮ ਪ੍ਰੋਵਾਈਡ ਕਰਨਾ। ਹਮੇਸ਼ਾ ਬੈਸਟ ਹੀ ਦਿਖਾਉਂਦੇ ਨੇ। ਜਦੋਂ ਵੀ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਉਤਾਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਟੈਪ ਸਾਡੇ ਕੋਲ ਹੈਗਾ ਐਨਾਲਾਈਜ਼ਿੰਗ ਏ ਪ੍ਰੋਸੈਸ। ਅਗਰ ਤੁਸੀਂ ਕੰਪਨੀ ਦੇ ਪ੍ਰੋਸੈਸ ਨੂੰ ਕੰਟਰੋਲ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਸੈਸ ਨੂੰ ਸਮਝਣਾ ਹੋਊਗਾ। ਇਹ ਜਿੰਨਾ ਇਹਨਾਂ ਨੇ ਉਹਦੇ ਵਿੱਚ ਲਿਖਿਆ ਹੈਗਾ ਪੂਰੀ ਦੀ ਪੂਰੀ ਉਹਦੀ ਡਿਟੇਲ ਲਿਖੀ, ਅਸੀਂ ਇਹਦੇ ਬਾਰੇ ਨਹੀਂ ਪੜਨ ਵਾਲੇ, ਠੀਕ ਹੈ। ਸੈਕਿੰਡ ਸਾਡੇ ਕੋਲ ਆਉਂਦਾ ਹੈਗਾ ਪ੍ਰੋਸੈਸ ਫਲੋ ਚਾਰਟ। ਜਦੋਂ ਕਿਸੇ ਕੰਪਨੀ ਦੇ ਪ੍ਰੋਸੈਸ ਨੂੰ ਤੁਸੀਂ ਕੰਟਰੋਲ ਕਰਨਾ ਤਾਂ ਸੈਕਿੰਡ ਸਾਨੂੰ ਕੰਪਨੀ ਦੇ ਵਿੱਚ ਕਹਿੰਦਾ ਫਲੋ ਚਾਰਟ ਬਾਰੇ ਪਤਾ ਹੋਣਾ ਚਾਹੀਦਾ। ਫਲੋ ਚਾਰਟ ਕੀ ਹੁੰਦੇ ਨੇ? ਜਿਹੜੇ ਇੱਕ ਤਰ੍ਹਾਂ ਟੂਲ ਹੁੰਦੇ ਨੇ, ਕੈਟਾਗਰੀ ਹੁੰਦੀ ਜਿਹਦੇ ਵਿੱਚ ਈਚ ਐਕਟੀਵਿਟੀ ਪ੍ਰੋਵਾਈਡ ਆਪਰੇਸ਼ਨ ਡਿਟੇਲ ਟੂ ਅੰਡਰਸਟੈਂਡ ਦੀ ਪ੍ਰੋਸੈਸ, ਜਿਹਦੀ ਹਰੇਕ ਐਕਟੀਵਿਟੀ ਨੂੰ ਡਿਟੇਲ ਦੇ ਵਿੱਚ ਦੱਸਿਆ ਗਿਆ ਹੁੰਦਾ ਚਾਰਟ ਦੇ ਵਿੱਚ ਵੀ ਸਾਡੀ ਕੰਪਨੀ ਦੇ ਵਿੱਚ ਕਿਹੜਾ ਕੰਮ ਕਿਸ ਬੇਸ ਨਾਲ ਕਿਵੇਂ ਔਰ ਕਿੰਨੇ ਪਰਸਨਸ ਉਹਨੂੰ ਕਰ ਰਹੇ ਹੈਗੇ ਨੇ, ਉਹਨੂੰ ਅਸੀਂ ਕਹਿੰਦੇ ਹੈਗੇ ਆ ਪ੍ਰੋਸੈਸ ਫਲੋ ਚਾਰਟ। ਮੰਨ ਲਓ ਇੱਕ ਮਸ਼ੀਨ ਲੱਗੀ ਹੈ, ਉਸ ਮਸ਼ੀਨ ਦੇ ਉੱਪਰ ਕਿੰਨੇ ਪਰਸਨਸ ਕੰਮ ਕਰਦੇ ਹੈ, ਅਸੀਂ ਦਿਨ ਦੀ ਸ਼ਿਫਟ ਦੇ ਵਿੱਚ, ਆਫਟਰਨੂਨ ਸ਼ਿਫਟ ਹੋ ਗਈ ਜਾਂ ਨਾਈਟ ਸ਼ਿਫਟ ਦੇ ਵਿੱਚ ਕਿਵੇਂ ਪਰਸਨਸ ਰੱਖੇ ਹੋਣੇ ਔਰ ਕਿੰਨੇ ਕੁ ਪਰਸਨ ਉਹ ਮਸ਼ੀਨ ਕਿੰਨੇ ਆਊਟਪੁੱਟ ਕਰਦੀ ਹੈਗੀ, ਕਿੰਨਾ ਘੰਟਾ ਰੈਗੂਲਰ ਚੱਲ ਸਕਦੀ ਹੈਗੀ, ਉਹ ਸਾਰੀ ਚੀਜ਼ ਉਹਨੂੰ ਡਿਟੇਲ ਦੇ ਵਿੱਚ ਦੱਸਦੀ ਹੈ। ਇਸ ਨੂੰ ਕਹਿੰਦੇ ਹੈਗੇ ਆ ਪ੍ਰੋਸੈਸ ਫਲੋ ਚਾਰਟ। ਇਹਨਾਂ ਨੇ ਪ੍ਰੋਸੈਸ ਫਲੋ ਚਾਰਟ ਦਾ ਦੇਖੋ ਕਿ ਡਿਫਾਈਨ ਇੱਕ ਚਾਰਟ ਜਿਹਾ ਬਣਾਇਆ ਹੈਗਾ। ਮਸ਼ੀਨ ਲਿਖਿਆ ਹੈਗਾ, ਡਿਊ ਚਾਰਟਿੰਗ, ਕੁਝ ਕਾਫੀ ਚੀਜ਼ਾਂ ਲਿਖੀਆਂ ਹੋਈਆਂ ਨੇ ਕੀ ਚੀਜ਼ ਹੈਗੀ ਹੈ, ਸਾਨੂੰ ਟਾਈਮ ਕਿੰਨਾ ਲੱਗਦਾ ਹੈ ਮਸ਼ੀਨ ਚੱਲਣ 'ਚ, ਉਹ ਚੀਜ਼ ਹੈਗੀ ਹੈ। ਥਰਡ ਸਾਡੇ ਕੋਲ ਆਉਂਦਾ ਹੈ ਪ੍ਰੋਸੈਸ ਡਿਸੀਜਨ। ਸਾਨੂੰ ਪ੍ਰੋਸੈਸ ਦੇ ਡਿਸੀਜਨ ਬਾਰੇ ਵੀ ਲੈਣੇ ਹੁੰਦੇ ਨੇ, ਸਾਨੂੰ ਪਤਾ ਹੋਣਾ ਚਾਹੀਦਾ ਪ੍ਰੋਸੈਸ ਦੇ ਡਿਸੀਜਨ ਕੀ ਹੈਗੇ ਨੇ। ਸਭ ਤੋਂ ਪਹਿਲਾਂ ਡਿਸੀਜਨ ਆਉਂਦਾ ਹੈ ਮੇਕ ਔਰ ਬਾਏ। ਹਮੇਸ਼ਾ ਕੰਪਨੀ ਪ੍ਰੋਡਕਟ ਬਾਰੇ ਕੰਪਨੀ ਇਹ ਸੋਚਦੀ ਹੈਗੀ ਵੀ ਜਦੋਂ ਮਾਰਕੀਟ 'ਚ ਉਹਨਾਂ ਨੇ ਕੋਈ ਪ੍ਰੋਡਕਟ ਉਤਾਰਨਾ ਹੈ, ਉਹਦੇ ਲਈ ਮੰਨ ਲਓ ਕਿਸੇ ਚੀਜ਼ ਦੀ ਉਹਨੂੰ ਲੋੜ ਪੈ ਗਈ, ਕੋਈ ਵੀ ਕੈਪੀਟਲ ਐਸੈਟਸ ਹੋ ਗਈ ਜਾਂ ਮਸ਼ੀਨਸ ਹੋ ਗਈਆਂ, ਉਹਦੇ ਬਾਰੇ ਸਭ ਤੋਂ ਪਹਿਲਾਂ ਜ਼ਰੂਰ ਸੋਚਦੇ ਨੇ ਵੀ ਅਸੀਂ ਉਸ ਚੀਜ਼ ਨੂੰ ਬਣਾਈਏ ਜਾਂ ਫਿਰ ਖਰੀਦੀਏ, ਕਿਉਂਕਿ ਕੰਪਨੀ ਨੇ ਮਾਰਕੀਟ ਦੇ ਵਿੱਚ ਹਰੇਕ ਕਸਟਮਰ ਨੂੰ ਬੈਸਟ ਪ੍ਰੋਵਾਈਡ ਕਰਨਾ ਹੈ। ਬੈਸਟ ਪ੍ਰੋਵਾਈਡ ਕਰਨ ਦੇ ਵਿੱਚ ਉਹ ਕਦੇ ਵੀ ਇਹ ਨਹੀਂ ਸੋਚਣਗੇ ਕਿ ਸਾਡੀ ਕੋਸਟ ਐਕਚੁਅਲ ਮਾਰਕੀਟ 'ਚ ਜੋ ਪ੍ਰੋਡਕਟ ਉਤਾਰਨਾ ਉਹਦੇ ਤੋਂ ਜ਼ਿਆਦਾ ਹੋ ਜਾਵੇ, ਕਿਉਂਕਿ ਉਸ ਤੋਂ ਲੈਸ ਤੋਂ ਕਦੇ ਵੀ ਉਹ ਸੇਲ ਨਹੀਂ ਕਰ ਸਕਦੇ। ਮੰਨ ਲਓ ਇੱਕ ਪ੍ਰੋਡਕਟ ਬਣਾਉਣ ਲਈ ਮੈਨੂੰ ਕੋਸਟ ਲੱਗੀ 150 ਰੁਪਏ, ਮੈਂ ਉਹਦੀ ਮਾਰਕੀਟ 'ਚ ਕੋਸਟ 100 ਰੁਪਏ ਥੋੜੀ ਰੱਖੂੰਗਾ, ਹਮੇਸ਼ਾ ਜ਼ਿਆਦਾ ਰੱਖੂੰਗਾ। ਤਾਂ ਹਮੇਸ਼ਾ ਸਾਨੂੰ ਇਹ ਡਿਸੀਜਨ ਲੈਣੇ ਪੈਂਦੇ ਹੈਗੇ ਕਿ ਅਸੀਂ ਪ੍ਰੋਡਕਟ ਨੂੰ ਬਣਾਈਏ ਜਾਂ ਫਿਰ ਖਰੀਦੀਏ। ਇਹ ਡਿਸੀਜਨ ਕਿੱਥੇ ਲਏ ਜਾਂਦੇ ਨੇ, ਕਿਹੜੀ ਕੈਟਾਗਰੀ? ਸਭ ਤੋਂ ਪਹਿਲਾਂ ਪ੍ਰੋਪਰਾਈਟਰੀ ਆਈਟਮਸ। ਪ੍ਰੋਪਰਾਈਟਰੀ ਆਈਟਮਸ ਮੀਨਸ ਜਿਹੜੀਆਂ ਸਾਡੀ ਪ੍ਰੋਪਰਟੀ ਦੇ ਵਿੱਚ ਆਉਂਦੀਆਂ, ਐਗਜ਼ਾਮਪਲ ਹੈਡਲਾਈਟਸ, ਡੈਸ਼ਬੋਰਡ, ਇੰਸਟਰੂਮੈਂਟਸ। ਸੈਕਿੰਡ ਸਟੈਂਡਰਡ ਕੰਪੋਨੈਂਟ, ਜਿਹੜੀ ਸਾਡੀ ਮਸ਼ੀਨ ਦੇ ਵਿੱਚ ਸਟੈਂਡਰਡ ਕੰਪੋਨੈਂਟਸ ਹੁੰਦੇ ਨੇ ਉਹ ਅਸੀਂ ਬਣਾਈਏ ਜਾਂ ਫਿਰ ਮਾਰਕੀਟ ਤੋਂ ਬਾਹਰੋਂ ਕਿਸੇ ਤੋਂ ਖਰੀਦੀਏ। ਕਮੋਡਿਟੀ ਟਾਈਪ ਆਈਟਮ, ਐਗਜ਼ਾਮਪਲ ਜਿਹੜੀਆਂ ਸਭ ਤੋਂ ਪਹਿਲਾਂ ਹੁੰਦੀਆਂ ਪ੍ਰੋਪਰਾਈਟਰੀ ਆਈਟਮਸ, ਇਹ ਤਾਂ ਕੰਪਨੀਆਂ ਖੁਦ ਹੀ ਬਣਾਉਂਦੀਆਂ ਹੁੰਦੀਆਂ ਨੇ, ਕਿਉਂਕਿ ਜਿਹਦੇ ਉੱਪਰ ਉਹਨਾਂ ਦਾ ਡਾਇਰੈਕਟ ਮਾਰਕਾ ਆਪਣਾ ਲੱਗਦਾ ਹੈਗਾ ਮਸ਼ੀਨਰੀ ਦੇ ਤੌਰ ਤੇ, ਹਮੇਸ਼ਾ ਇਹ ਖੁਦ ਹੀ ਬਣਾਉਂਦੀਆਂ ਨੇ। ਜਿਹੜੀਆਂ ਹੁੰਦੀਆਂ ਸਟੈਂਡਰਡ ਕੰਪੋਨੈਂਟਸ, ਇਹਨਾਂ ਨੂੰ ਵੀ ਕੰਪਨੀ ਖੁਦ ਕੋਸ਼ਿਸ਼ ਕਰਦੀ ਹੈ ਅਸੀਂ ਖੁਦ ਬਣਾਈਏ। ਜਿਹੜੇ ਸਪੈਸ਼ਲ ਕੰਪੋਨੈਂਟਸ ਜਾਂ ਫਿਰ ਕਮੋਡਿਟੀ ਟਾਈਪ ਆਈਟਮਸ ਹੁੰਦੀਆਂ ਨੇ, ਬਹੁਤ ਸਾਰੀਆਂ ਕੰਪਨੀਆਂ ਅਦਰ ਕੰਪਨੀਆਂ ਤੋਂ ਬਣਵਾਉਂਦੀਆਂ ਨੇ, ਬਾਅਦ ਦੇ ਵਿੱਚ ਆਪਣੇ ਇੱਕੋ ਹੀ ਪਲਾਂਟ ਦੇ ਵਿੱਚ ਸਾਰੀ ਚੀਜ਼ਾਂ ਨੂੰ ਅਸੈਂਬਲ ਕਰਕੇ ਮਾਰਕੀਟ ਵਿੱਚ ਉਤਾਰਦੀਆਂ ਨੇ। ਤੁਸੀਂ ਕੰਡੀਸ਼ਨ ਦੇਖੀ ਹੋਣੀ, ਬਹੁਤ ਸਾਰੀਆਂ ਕੰਪਨੀਆਂ ਪਾਰਟਸ ਬਣਾਉਂਦੀਆਂ ਨੇ, ਅਲੱਗ-ਅਲੱਗ ਕੰਪਨੀ ਨੂੰ ਜਾਂਦੀਆਂ। ਹੀਰੋ ਹੋਂਡਾ ਨੂੰ ਅਲੱਗ ਤੋਂ ਪਾਰਟਸ ਬਣ ਕੇ ਜਾ ਰਹੇ ਨੇ, ਐਮਸਨਸ ਨੂੰ ਅਲੱਗ ਤੋਂ ਪਾਰਟ ਕਰਕੇ ਜਾਣੇ ਜਾਂਦੇ, ਮੀਨਸ ਜਿਹੜੀਆਂ ਗੱਡੀਆਂ ਬਣਦੀਆਂ, ਬਾਈਕਸ ਬਣਦੇ ਆ ਜਾਂ ਫਿਰ ਕੰਬਾਈਨਸ ਹੋ ਗਈਆਂ ਜਾਂ ਬਹੁਤ ਕੁਝ ਇਦਾਂ ਦੇ ਪ੍ਰੋਡਕਟ ਬਣ ਜਿਹੜੇ ਅਸੀਂ ਯੂਜ਼ ਕਰਦੇ ਹਾਂ, ਮਸ਼ੀਨਰੀ ਹੋ ਗਈਆਂ ਜਾਂ ਫਿਰ ਇਲੈਕਟ੍ਰੀਕਲ ਗੁੱਡਸ ਹੋ ਗਏ, ਉਹ ਸਾਰੇ ਦੇ ਸਾਰੇ ਪਾਰਟਸ ਇੱਕ ਕੰਪਨੀ ਨਹੀਂ ਬਣਾਉਂਦੀ ਹੈਗੀ। ਪ੍ਰੋਪਰਾਈਟਰੀ ਆਈਟਮਸ, ਸਟੈਂਡਰਡ ਆਈਟਮਸ ਮੋਸਟਲੀ ਕੰਪਨੀਆਂ ਖੁਦ ਬਣਾ ਲੈਂਦੀਆਂ ਹੈਗੀਆਂ ਨੇ। ਜਿਹੜੇ ਅਦਰ ਪਾਰਟਸ ਹੁੰਦੇ ਨੇ ਉਹ ਹੋਰ ਕੰਪਨੀ ਤੋਂ ਹੀ ਬਣ ਕੇ ਆਉਂਦੇ ਨੇ, ਲੇਕਿਨ ਹਮੇਸ਼ਾ ਇੱਕ ਰਿਜ਼ਰਵ ਜਾਂ ਫਿਰ ਅਸੀਂ ਸੀਕ੍ਰੇਟ ਬੇਸ ਤੇ ਚੱਲਦੇ ਹੁੰਦੇ ਹਾਂ ਤਾਂ ਕਿ ਸਭ ਨੂੰ ਉਹਦੇ ਬਾਰੇ ਨੌਲੇਜ ਨਾ ਹੋਵੇ ਵੀ ਅਸੀਂ ਕਿਵੇਂ ਬਣਾ ਰਹੇ ਹਾਂ, ਕਿੱਥੋਂ ਯੂਜ਼ ਕਰ ਰਹੇ ਹਾਂ, ਉਹ ਚੀਜ਼ ਨਹੀਂ ਦੱਸਦੇ ਹੈਗੇ। ਉਹ ਅਸੈਂਬਲ ਖੁਦ ਹੀ ਕਰਕੇ ਮਾਰਕੀਟ 'ਚ ਉਤਾਰ ਦਿੰਦੇ। ਦੂਸਰਾ ਕੰਪਨੀ ਹਮੇਸ਼ਾ ਦੇਖਦੀ ਹੈ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਦਾ ਮਤਲਬ ਹੁੰਦਾ ਹੈ ਵੀ ਅਸੀਂ ਇੱਕ ਟਾਈਮ ਦੇ ਵਿੱਚ ਕਿੰਨਾ ਕੁ ਆਪਣਾ ਪ੍ਰੋਡਕਸ਼ਨ ਨੂੰ ਜੋ ਹੈ ਇਨਕਰੀਜ਼ ਕਰ ਸਕਦੇ ਹਾਂ। ਮੀਨਸ ਸਾਡੇ ਕੋਲ ਅਗਰ ਆਰਡਰ ਜ਼ਿਆਦਾ ਆ ਗਏ, ਅਸੀਂ ਉਹਨੂੰ ਸੰਭਾਲ ਪਾਵਾਂਗੇ ਜਾਂ ਨਹੀਂ ਸੰਭਾਲ ਪਾਵਾਂਗੇ। ਥਰਡ ਹੁੰਦਾ ਲੈਵਲ ਆਫ ਮਕੈਨਿਜ਼ਮ। ਮਕੈਨਿਜ਼ਮ ਮੀਨਸ ਸਾਨੂੰ ਕਿੰਨੇ ਪ੍ਰਕਾਰ ਦੀ ਸਕਿੱਲ ਲੇਬਰ ਦੀ ਲੋੜ ਹੈਗੀ ਹੈ, ਪਲੱਸ ਸਾਡੇ ਕੋਲ ਆਟੋਮੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਦੋਂ ਵੀ ਕੰਪਨੀਆਂ ਦੇ ਵਿੱਚ ਕੰਮ ਚੱਲੇਗਾ ਆਟੋਮੇਸ਼ਨ ਦੇ ਨਾਲ ਹੀ ਚੱਲਦਾ ਹੈਗਾ। ਕੋਈ ਵੀ ਕੰਪਨੀ ਆਪਣਾ ਪ੍ਰੋਡਕਟ ਬਣਾ ਰਹੀ ਹੈ, ਹੈਂਡਮੇਡ ਬਹੁਤ ਰੇਅਰ ਮਿਲਦੇ ਹੈ, ਆਟੋਮੇਸ਼ਨ ਜ਼ਿਆਦਾ ਚੱਲਦਾ, ਕਿਉਂਕਿ ਲੋਕਾਂ ਦੀ ਪਸੰਦ ਹੀ ਆਟੋਮੇਸ਼ਨ ਦੀ ਜਾਂਦੀ ਹੈ, ਕਿਉਂਕਿ ਉਹਦੀ ਡਿਜ਼ਾਈਨਿੰਗ ਪ੍ਰੋਪਰ ਹੋ ਜਾਂਦੀ ਹੈ, ਮਸ਼ੀਨਸ ਆਟੋਮੋਟ ਤੇ ਉਹਨਾਂ ਨੂੰ ਪ੍ਰੋਪਰ ਫਿਟ ਵੀ ਕਰ ਦਿੰਦੀਆਂ ਹੈਗੀਆਂ ਨੇ। ਫਿਰ ਹੈਗਾ ਪ੍ਰੋਸੈਸ ਚੋਇਸ। ਹਰੇਕ ਕੰਪਨੀ ਸੋਚਦੀ ਹੈਗੀ ਵੀ ਅਸੀਂ ਕਿਸ ਤਰ੍ਹਾਂ ਦੀ ਪ੍ਰੋਸੈਸ ਨੂੰ ਸਿਲੈਕਟ ਕਰੀਏ, ਮੀਨਸ ਕਿੱਦਾਂ ਆਪਣੇ ਕੰਮ ਨੂੰ ਕੰਪਲੀਟ ਕਰੀਏ, ਉਹਨੂੰ ਪ੍ਰੋਸੈਸ ਚੋਇਸ ਕਹਿੰਦੇ ਹੈਗੇ ਨੇ। ਕਿਉਂਕਿ ਕੰਮ ਕੰਪਲੀਟ ਕਰਨ ਲਈ ਕਾਫੀ ਪ੍ਰਕਾਰ ਦੇ ਡਿਜ਼ਾਈਨ ਬਣ ਜਾਂਦੇ ਹੈਗੇ, ਲੇਕਿਨ ਸਾਨੂੰ ਉਹਦੇ ਵਿੱਚ ਦੇਖਣਾ ਪੈਂਦਾ ਹੈਗਾ ਵੀ ਅਸੀਂ ਕਿਵੇਂ ਆਪਣੇ ਕੰਮ ਨੂੰ ਕੰਪਲੀਟ ਕਰੀਏ। ਇਹਦੇ ਵਿੱਚ ਉਹ ਸਟ੍ਰੈਟਜਿਕ ਬੇਸ ਤੇ ਵੀ ਚੱਲਦੇ ਨੇ, ਆਪਰੇਸ਼ਨਲ ਬੇਸ ਤੇ ਵੀ। ਸਟ੍ਰੈਟਜੀ ਬੇਸ ਤੇ ਮਤਲਬ ਕਿ ਉਹਨਾਂ ਨੇ ਕੋਈ ਨਾ ਕੋਈ ਸਟ੍ਰੈਟਜੀ ਸੈੱਟ ਕਰਨੀ ਹੁੰਦੀ ਕੰਮ ਕੰਪਲੀਟ ਕਰਨ ਲਈ। ਆਪਰੇਸ਼ਨਸ ਹੁੰਦੇ ਨੇ ਮੀਨਸ ਕਿਹੜਾ ਕੰਮ ਕਿਸ ਨੂੰ ਸੌਂਪਿਆ ਜਾਵੇ ਜਿਸ ਨਾਲ ਸਾਡੇ ਕੰਮ ਜੋ ਕੰਪਲੀਟ ਹੋ ਸਕਣ। ਆਰਗੇਨਾਈਜੇਸ਼ਨ ਨੂੰ ਵੀ ਦਿਮਾਗ ਦੇ ਵਿੱਚ ਰੱਖਿਆ ਜਾਂਦਾ ਵੀ ਸਾਡੇ ਕੋਲ ਐਕਸਟਰਾ ਸਪੇਸ ਜਾਂ ਫਿਰ ਫਲੈਕਸੀਬਿਲਿਟੀ ਲਈ ਪ੍ਰੋਸੈਸ ਹੈਗੀ ਹੈ, ਜੇ ਸਾਡੇ ਕੋਲ ਉਹਨਾਂ ਰਿਸੋਰਸਿਸ ਅਵੇਲੇਬਲ ਹੈ ਵੀ ਅਸੀਂ ਕੰਮ ਨੂੰ ਕੰਪਲੀਟ ਕਰਵਾ ਸਕਾਂਗੇ ਜਾਂ ਨਹੀਂ ਕਰ ਸਕਾਂਗੇ। ਕੰਪਨੀ ਦੀ ਵੀ ਜਿਹੜੀ ਮਕੈਨਿਜ਼ਮ ਹੋਊਗੀ
ਹਮੇਸ਼ਾ ਉਹ ਪਹਿਲਾਂ ਤੋਂ ਹੀ ਡਿਸਾਈਡ ਹੁੰਦੀ ਹੈ, ਫਿਕਸਡ ਜਾਂ ਫਿਰ ਫਲੈਕਸੀਬਲ। ਫਿਕਸਡ ਦਾ ਮਤਲਬ ਹੋਊਗਾ ਜਿਹੜੇ ਪਾਰਟਸ ਉਹ ਖੁਦ ਬਣਾ ਰਹੇ ਨੇ ਉਹਨਾਂ ਨੇ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੁੰਦਾ ਹੈ ਵੀ ਇਹਨਾਂ ਪਾਰਟਸ ਲਈ ਇਹ ਚੀਜ਼ਾਂ ਦੀ ਤਾਂ ਸਾਨੂੰ ਲੋੜ ਹੀ ਹੈ, ਫਿਕਸਡ ਹੀ ਹੈ। ਫਲੈਕਸੀਬਲ ਹੁੰਦੇ ਨੇ ਵੀ ਅਗਰ ਕੰਪਨੀ ਨੂੰ ਲੱਗਦਾ ਵੀ ਉਹਨਾਂ ਕੋਲ ਰਿਸੋਰਸਿਸ ਹੈਗੇ ਨੇ, ਮੀਨ ਸਾਡੀ ਕੋਸਟ, ਅਗਰ ਅਸੀਂ ਕੋਈ ਚੀਜ਼ ਖੁਦ ਬਣਾ ਲਵਾਂਗੇ ਤਾਂ ਅਸੀਂ ਫਲੈਕਸੀਬਿਲਿਟੀ ਦੇ ਵਿੱਚ ਚਲੇ ਜਾਵਾਂਗੇ, ਅਦਰਵਾਈਜ਼ ਅਸੀਂ ਉਹ ਬਾਹਰੋਂ ਤੋਂ ਹੀ ਖਰੀਦਾਂਗੇ। ਜਦੋਂ ਵੀ ਕੋਈ ਕੰਪਨੀ ਕਹਿੰਦਾ ਪ੍ਰੋਸੈਸ ਦੇ ਵਿੱਚ ਆਉਂਦੀ ਹੈ, ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਦੋ ਸਿਸਟਮ ਦੇਖਣੇ ਪੈਂਦੇ ਨੇ। ਪ੍ਰੋਸੈਸ ਫੋਕਸ ਸਿਸਟਮ। ਫੋਕਸ ਸਿਸਟਮ ਕੀ ਹੁੰਦੇ ਨੇ? ਜਿਹੜੇ ਉਹਨਾਂ ਦੇ ਸਟੈਂਡਰਡ ਬੇਸ ਤੇ ਜਾਂ ਫਿਰ ਪ੍ਰੋਪਰਾਈਟਰੀ ਆਈਟਮਸ ਹੁੰਦੇ ਨੇ ਉਹਨਾਂ ਦੇ ਉੱਪਰ ਹਮੇਸ਼ਾ ਉਹਨਾਂ ਦਾ ਜ਼ਿਆਦਾ ਫੋਕਸ ਹੁੰਦਾ ਹੈ, ਕਿਉਂਕਿ ਜਿਹੜੀਆਂ ਸਟੈਂਡਰਡ ਦੀਆਂ ਚੀਜ਼ਾਂ ਲੱਗਦੀਆਂ ਹੈਗੀਆਂ ਨੇ, ਅਗਰ ਉਹਨਾਂ ਦੇ ਵਿੱਚ ਹੀ ਕਿਤੇ ਪ੍ਰੋਬਲਮਸ ਆਉਂਦੀਆਂ ਕੰਪਨੀਆਂ ਨੂੰ, ਫਿਰ ਆਪਣਾ ਲੋਸ ਸਫਰ ਕਰਨਾ ਪੈਂਦਾ ਹੈਗਾ। ਤਾਂ ਆਲਵੇਸ ਉਹ ਕੋਸ਼ਿਸ਼ ਕਰਦੇ ਹੁੰਦੇ ਨੇ ਕਿ ਸਾਡੀ ਜਿਹੜੀ ਫੋਕਸ ਸਿਸਟਮ ਹੈ ਹਮੇਸ਼ਾ ਕੰਪਨੀ ਦੇ ਵਿੱਚ ਹੋਵੇ। ਪ੍ਰੋਡਕਟ ਫੋਕਸ ਸਿਸਟਮ। ਪ੍ਰੋਡਕਟ ਫੋਕਸ ਸਿਸਟਮ ਦਾ ਮਤਲਬ ਕੀ ਹੁੰਦਾ ਹੈ? ਜਿਹੜੇ ਪ੍ਰੋਡਕਟ ਉਹ ਬਾਹਰੋਂ ਮੰਗਾਉਂਦੇ ਨੇ, ਮੀਨਸ ਅਦਰ ਕੰਪਨੀ ਤੋਂ ਮੰਗਾ ਲੇ, ਜ਼ਰੂਰੀ ਨਹੀਂ ਹੈ ਕਿ ਉਹ ਖੁਦ ਹੀ ਉਹਨਾਂ ਨੇ ਬਣਾ ਲੇ ਬਾਹਰੋਂ, ਉਹਦੇ ਉੱਪਰ ਵੀ ਉਹ ਫੋਕਸ ਕਰਦੇ ਨੇ ਵਿਦਆਊਟ ਕੁਆਲਿਟੀ ਚੈੱਕ ਕਰੇ ਹੋਏ, ਬਿਨਾਂ ਪਾਸਿੰਗ ਸਿਸਟਮ ਦੇ, ਮੀਨਸ ਮਸ਼ੀਨਰੀ ਆਈਟਮ ਦੇ ਵਿੱਚ। ਕਿਉਂਕਿ ਜਦੋਂ ਕੋਈ ਪ੍ਰੋਡਕਟ ਬਾਹਰੋਂ ਕੰਪਨੀ ਖਰੀਦਦੀ ਹੈਗੀ ਹੈ ਤਾਂ ਉਹਨਾਂ ਦੀ ਕੁਆਲਿਟੀ ਜ਼ਰੂਰ ਚੈੱਕ ਕੀਤੀ ਜਾਂਦੀ ਹੈਗੀ ਹੈ, ਜਾਂ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕੁਆਲਿਟੀ ਸਿਸਟਮ ਤੋਂ ਜ਼ਰੂਰ ਪਾਸ ਕਰਵਾਇਆ ਜਾਂਦਾ ਹੈ। ਜਦ ਤੱਕ ਉਹ ਸਾਰਾ ਸਟਾਕ ਜਾਂ ਰॉ ਮਟੀਰੀਅਲ ਪਾਸ ਨਹੀਂ ਹੁੰਦਾ ਹੈ ਕੁਆਲਿਟੀ ਦੇ ਵਿੱਚ, ਕੰਪਨੀ ਉਹਦੇ ਉੱਪਰ ਵੀ ਫੋਕਸ ਕਰਦੀ ਹੈ, ਲੇਕਿਨ ਲੈਸ ਦੈਨ ਸਟੈਂਡਰਡ ਤੋਂ ਕਰਦੀ ਹੈਗੀ ਹੈ। ਜਦੋਂ ਕੰਪਨੀ ਕਹਿੰਦਾ ਅਲੱਗ-ਅਲੱਗ ਡਿਫਰੈਂਟ ਪ੍ਰੋਡਕਸ਼ਨ ਸਿਸਟਮ ਚੱਲਦੀ ਹੈਗੀ ਹੈ ਤਾਂ ਉਹਦੇ ਕਰੈਕਟਰਿਸਟਿਕ ਕੀ ਹੋਣਗੇ? ਸਭ ਤੋਂ ਪਹਿਲਾਂ ਤਾਂ ਇਹਨਾਂ ਲਿਖਿਆ ਹੈ ਵੀ ਡਿਸੀਜਨ ਸਾਨੂੰ ਲੈਣੇ ਪੈਂਦੇ ਹੈਗੇ ਨੇ, ਕ੍ਰਾਈਟੇਰੀਆ। ਡਿਸੀਜਨ ਸਾਡੇ ਕੋਲ ਹੋਣਗੇ ਵੀ ਸਾਡੇ ਕੋਲ ਅਲਟਰਨੇਟਿਵ ਕੋਸਟ ਕੀ ਹੈ, ਕਿ ਸ਼ਾਰਟ ਟਰਮ ਹੈ ਜਾਂ ਲੌਂਗ ਟਰਮ ਹੈਗੀ ਹੈ। ਸਾਡੇ ਕੋਲ ਅਲਟਰਨੇਟਿਵ ਕੀ ਚੀਜ਼ਾਂ ਹੋਣਗੀਆਂ? ਸਾਡੇ ਕੋਲ ਕੋਸਟ, ਕੁਆਲਿਟੀ, ਟਾਈਮ ਕਿੰਨਾ ਕੁ ਅਵੇਲੇਬਲ ਹੈਗਾ ਆਊਟਪੁੱਟ ਦੇ ਲਈ। ਫਿਰ ਸਾਡੇ ਕੋਲ ਰॉ ਮਟੀਰੀਅਲ, ਸਾਡੇ ਕੋਲ એનર્ਜੀ, ਇਨਫਰਾਸਟ੍ਰਕਚਰ ਮੈਨੇਜਮੈਂਟ, ਡਿਸੀਜਨਸ ਜਾਂ ਫਿਰ ਟੈਲੈਂਟਸ ਜਾਂ ਫਿਰ ਅਦਰ ਇਨਪੁਟਸ ਕਿੰਨੇ ਕੁ ਹੈਗੇ ਨੇ। ਉਸ ਬੇਸ ਤੇ ਹੀ ਅਸੀਂ ਕਹਿੰਦਾ ਕਿਸੇ ਚੀਜ਼ ਦੇ ਪ੍ਰੋਡਕਸ਼ਨ ਸਿਸਟਮ ਦੇ ਕਰੈਕਟਰਿਸਟਿਕ ਦੱਸ ਸਕਦੇ ਹਾਂ। ਅਗਰ ਤਾਂ ਕਿਸੇ ਕੰਪਨੀ ਕੋਲ ਟੈਲੈਂਟਸ, ਟਾਈਮ, ਫੰਡਸ, ਰਿਸੋਰਸਿਸ ਪ੍ਰੋਪਰ ਅਵੇਲੇਬਲ ਹੈਗੇ ਨੇ ਤਾਂ ਉਹ ਬੈਟਰ ਕੰਮ ਕਰੂਗੀ। ਫਿਰ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਸਾਰਾ ਦਾ ਸਾਰਾ ਸਿਸਟਮ ਖੁਦ ਹੀ ਬਣਾਈਏ ਔਰ ਖੁਦ ਹੀ ਮਾਰਕੀਟ ਦੇ ਵਿੱਚ ਉਤਾਰੀਏ। ਲੇਕਿਨ ਹਮੇਸ਼ਾ ਕੰਪਨੀ ਨੂੰ ਕਹਿੰਦਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਵੀ ਅਗਰ ਉਹਨਾਂ ਕੋਲ ਪ੍ਰੋਪਰ ਰਿਸੋਰਸਿਸ ਅਵੇਲੇਬਲ ਨਹੀਂ ਹੈ, ਇਹ ਚੀਜ਼ਾਂ ਅਵੇਲੇਬਲ ਨਹੀਂ ਹੈਗੀਆਂ, ਤਾਂ ਉਹਨਾਂ ਨੂੰ ਅਸੈਂਬਲੀ ਲਾਈਨਸ ਜਾਂ ਫਿਰ ਪੈਕਿੰਗ ਲਾਈਨਸ ਜਾਂ ਫਿਰ ਪ੍ਰੋਡਕਸ਼ਨ ਲਾਈਨਸ ਕੁਝ ਨਾ ਕੁਝ ਚੇਂਜਸ ਜ਼ਰੂਰ ਕਰਨੀ ਪੈਂਦੀ ਹੈਗੀ, ਜਿਸ ਨਾਲ ਅਸੀਂ ਲੋ ਕਾਸਟ ਦੀ ਮਾਰਕੀਟ 'ਚ ਪ੍ਰੋਡਕਟ ਉਤਾਰ ਸਕੀਏ। ਉਸ ਤੋਂ ਇਹ ਤਾਂ ਸੀ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰੋਡਕਟ ਦੀ ਪ੍ਰੋਸੈਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੜ੍ਹਿਆ ਹੈਗਾ ਕਿਹੜੇ ਪੁਆਇੰਟ ਪੜ੍ਹੇ ਨੇ, ਸਾਨੂੰ ਲਿਖਣੇ ਪੈਣੇ ਨੇ। ਪਹਿਲਾਂ ਪ੍ਰੋਸੈਸ ਨੂੰ ਐਨਲਾਈਜ਼ ਕਰਨਾ ਹੈ, ਫਿਰ ਉਹਦਾ ਫਲੋ ਚਾਰਟ ਦੇਖਣਾ ਹੈ, ਫਿਰ ਥਰਡ ਦੇ ਵਿੱਚ ਅਸੀਂ ਲਿਖਿਆ ਸੀ ਕਲਾਸ ਦੇ ਵਿੱਚ ਆਇਆ ਸਾਡੇ ਕੋਲ ਪ੍ਰੋਸੈਸ ਦੇ ਡਿਸੀਜਨਸ ਕੀ ਹੋਣਗੇ। ਪ੍ਰੋਸੈਸ ਦੇ ਡਿਸੀਜਨ ਤੁਸੀਂ ਮੇਕ ਬਾਈ ਕੰਪਨੀ ਦੀ ਪ੍ਰੋਸੈਸ ਚੁਆਇਸ, ਹੋਰ ਇੱਕ ਹੈਗਾ ਸੀ ਉਹਦੇ ਵਿੱਚ ਲੈਵਲ ਆਫ ਮੈਕੈਨਿਜ਼ਮ। ਫਿਰ ਸਾਡੇ ਕੋਲ ਆ ਰਿਹਾ ਸਰਵਿਸ ਪ੍ਰੋਸੈਸ। ਸਰਵਿਸ ਕੀ ਹੁੰਦੀਆਂ ਨੇ ਕੰਪਨੀ ਦੇ ਵਿੱਚ? ਜਿਵੇਂ ਅਸੀਂ ਗੁੱਡਸ ਨੂੰ ਪ੍ਰੋਡਕਟ ਹੋ ਕੇ ਸਾਡਾ ਸਰਵਿਸ ਹੋ ਗਈ ਕਸਟਮਰ ਦੇ ਡਿਮਾਂਡ ਦੇ ਉੱਪਰ ਸੀ ਹੁੰਦੇ ਨੇ। ਜਦੋਂ ਕਸਟਮਰ ਸਾਡੇ ਕੋਲ ਆਇਆ ਹੁੰਦਾ ਉਦੋਂ ਹੀ ਅਸੀਂ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। ਸਰਵਿਸ ਦੇ ਵੀ ਸਾਡੇ ਕੋਲ ਕੀ ਹੈ? ਪ੍ਰੋਡਕਸ਼ਨ ਤਾਂ ਪਹਿਲਾਂ ਤੋਂ ਕਦੀ ਬਣਾ ਕੇ ਰੱਖੀ ਨਹੀਂ ਜਾਂਦੀ ਹੈਗੀ ਸਰਵਿਸਿਜ਼ ਦੇ ਵਿੱਚ, ਇਹ ਤਾਂ ਕਸਟਮਰ ਜਦੋਂ ਆਉਣਗੇ ਉਦੋਂ ਹੀ ਸਰਵਿਸ ਦਿੱਤੀ ਜਾਂਦੀ ਹੈਗੀ। ਸਰਵਿਸਿਜ਼ ਦੇ ਵਿੱਚ ਵੀ ਇਹਨਾਂ ਨੇ ਪ੍ਰੋਸੈਸ ਲਿਖਿਆ ਹੈਗਾ, ਕਹਿੰਦਾ ਜਦੋਂ ਵੀ ਕੋਈ ਵੀ ਕੰਪਨੀ ਜਿਹੜੀ ਸਰਵਿਸਿਜ਼ ਦਾ ਕੰਮ ਕਰ ਰਹੀ ਹੈਗੀ ਹੈ ਉਹਦੀ ਪ੍ਰੋਸੈਸ ਦੇ ਵਿੱਚ ਕੁਝ ਪੁਆਇੰਟਸ ਹੋਣਗੇ ਜਾਂ ਫਿਰ ਫੋਲੋਇੰਗ ਥਿੰਗਸ ਹੋਣਗੀਆਂ। ਦੇਖੋ ਸਭ ਤੋਂ ਪਹਿਲਾਂ ਹੈਗਾ ਪ੍ਰੋਸੈਸ, ਜਿਹੜਾ ਤੁਸੀਂ ਸਰਵਿਸ ਪ੍ਰੋਵਾਈਡ ਕਰਨੀ ਹੈ ਉਹਦਾ ਪ੍ਰੋਸੈਸ ਕੀ ਹੋਊਗਾ। ਪ੍ਰੋਸੈਸ ਦਾ ਮਤਲਬ ਹੋਊਗਾ ਵੀ ਅਸੀਂ ਸਰਵਿਸ ਦੇ ਵਿੱਚ ਕਿਹੜੇ ਸਟੈਪਸ ਜਾਂ ਫਿਰ ਸਾਡੇ ਕੋਲ ਅਸੈਂਬਲੀ ਲਾਈਨਸ ਜਾਂ ਫਿਰ ਫਲੋ ਚਾਰਟਸ ਹੋਣਗੇ, ਉਹ ਕਿਸ ਤਰ੍ਹਾਂ ਦੇ ਹੋਣਗੇ। ਸੈਕਿੰਡ, ਸਾਡੇ ਕੋਲ ਇਨ ਹਾਊਸ ਪ੍ਰੋਡਕਸ਼ਨਸ, ਕਿਉਂਕਿ ਸਰਵਿਸਿਜ਼ ਦੇ ਲਈ ਤੁਹਾਡੇ ਕੋਲ ਹਮੇਸ਼ਾ ਇਨ ਹਾਊਸ ਪ੍ਰੋਡਕਸ਼ਨ ਸਿਸਟਮ ਹੋਣਾ ਜ਼ਰੂਰੀ ਹੈ। ਤੁਸੀਂ ਸਰਵਿਸਿਜ਼ ਕਿਸੇ ਨੂੰ ਬਾਹਰ ਖੜੇ ਹੋ ਕੇ ਤਾਂ ਨਹੀਂ ਦੇ ਸਕਦੇ। ਮੀਨਸ ਕਿਸੇ ਕਸਟਮਰ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੋਈ ਸਰਵਿਸ ਅਸੀਂ ਦੇਣੀ ਹੈ, ਸਾਡੇ ਕੋਲ ਕਸਟਮਰ ਆਇਆ ਅਸੀਂ ਉਹਨੂੰ ਸਰਵਿਸ ਦੇਣੀ ਹੈ, ਤੁਸੀਂ ਬਾਹਰ ਰੋਡ ਤੇ ਜਾਂ ਕਿਸੇ ਤਰ੍ਹਾਂ ਸਰਵਿਸ ਤਾਂ ਕਦੇ ਨਹੀਂ। ਇਹਦੇ ਲਈ ਜ਼ਰੂਰੀ ਹੈ ਕਹਿੰਦਾ ਤੁਹਾਡੇ ਕੋਲ ਇਨ ਹਾਊਸ ਪ੍ਰੋਡਕਸ਼ਨ ਹੋਣੀ ਜ਼ਰੂਰੀ ਹੈ। ਮੀਨਸ ਤੁਹਾਡੇ ਕੋਲ ਜੋ ਸਪੇਅਰ ਪਾਰਟਸ ਜਾਂ ਕੁਝ ਵੀ ਚੀਜ਼ ਦੀ ਲੋੜ ਹੈਗੀ ਹੈ ਉਹ ਤੁਹਾਡੇ ਕੋਲ ਪਹਿਲਾਂ ਤੋਂ ਬਣੇ ਹੋਣੇ, ਰੈਡੀ ਹੋਣੇ ਚਾਹੀਦੇ ਨੇ। ਰਿਸੋਰਸ ਫਲੈਕਸੀਬਿਲਿਟੀ, ਰਿਸੋਰਸ ਦੀ ਫਲੈਕਸੀਬਿਲਿਟੀ ਹੋਣੀ ਵੀ ਜ਼ਰੂਰੀ ਹੈ ਜਦੋਂ ਵੀ ਸਰਵਿਸ ਡਿਪਾਰਟਮੈਂਟ ਦੇ ਵਿੱਚ ਆਉਂਗੇ, ਕਿਉਂਕਿ ਕਦੀ ਵੀ ਕੁਝ ਫਿਕਸ ਨਹੀਂ ਹੁੰਦਾ ਵੀ ਸਾਡਾ ਕਿੰਨਾ ਕੁ ਕੀ ਲੱਗ ਜਾਏਗਾ। ਹੋ ਸਕਦਾ ਹੈ ਤੁਹਾਡਾ ਕੋਸਟ ਮੀਨਸ ਤੁਹਾਡੀ ਜੋ ਫਾਈਨਾਂਸ ਹੈ ਉਹ ਜ਼ਿਆਦਾ ਲੋਡ ਪੈ ਜਾਵੇ ਸਾਨੂੰ, ਕਿਉਂਕਿ ਜਦੋਂ ਇੱਕ ਤਾਂ ਇਹ ਨਹੀਂ ਹੁੰਦਾ ਵੀ ਸਰਵਿਸਿਜ਼ ਦੇ ਵਿੱਚ ਅਸੀਂ ਕਹੀਏ ਵੀ ਸਾਨੂੰ ਪੇਮੈਂਟਸ ਘੱਟ ਹੁੰਦੀਆਂ ਨੇ, ਸਰਵਿਸਿਜ਼ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ। ਉਹ ਕਸਟਮਰ ਨੂੰ ਜਿੰਨੀ ਤੁਸੀਂ ਜ਼ਿਆਦਾ ਸੈਟੀਸਫੈਕਸ਼ਨ ਕਰਵਾਓਗੇ ਉਨਾ ਹੀ ਉਹਦੇ ਤੋਂ ਤੁਸੀਂ ਚਾਰਜ ਕਰ ਸਕਦੇ ਹੋ, ਕਿਉਂਕਿ ਕਸਟਮਰ ਸੈਟੀਸਫਾਈਡ ਹੋ ਕੇ ਹੀ ਪੇਮੈਂਟਸ ਦਿੰਦੇ ਹੁੰਦੇ ਨੇ। ਤੇ ਇਹਦੇ ਵਿੱਚ ਰਿਸੋਰਸ ਦੀ ਫਲੈਕਸੀਬਿਲਿਟੀ ਮੀਨਸ ਤੁਹਾਡੇ ਕੋਲ ਸਕਿੱਲਸ ਲੇਬਰ ਹੋਣੀ ਚਾਹੀਦੀ ਹੈ, ਪਲੱਸ ਤੁਹਾਡੇ ਕੋਲ ਫਾਈਨਾਂਸ ਅਵੇਲੇਬਲ ਹੋਣਾ ਚਾਹੀਦਾ ਹੈ, ਜਾਂ ਫਿਰ ਤੁਹਾਡੇ ਕੋਲ ਜੋ ਸਾਡੇ ਕੋਲ ਅਸੀਂ ਕਹਿ ਸਕਦੇ ਹਾਂ ਵੀ ਪ੍ਰੋਡਕਸ਼ਨ ਲਈ ਜੋ ਵੀ ਸਾਡਾ ਰॉ ਮਟੀਰੀਅਲਸ ਹੁੰਦੇ ਨੇ ਉਹ ਸਾਡੇ ਕੋਲ ਆਲਵੇਜ਼ ਅਵੇਲੇਬਲ ਹੋਣੇ ਚਾਹੀਦੇ ਨੇ।
ਹਮੇਸ਼ਾ ਸਰਵਿਸਿਜ਼ ਦੇ ਵਿੱਚ ਕਸਟਮਰ ਇਨਵੋਲਵਮੈਂਟ ਹੋਣੀ ਵੀ ਜ਼ਰੂਰੀ ਹੈ। ਜਦ ਤੱਕ ਕਸਟਮਰ ਇਨਵੋਲਵਮੈਂਟ ਨਹੀਂ ਹੋਗੀ ਤੁਸੀਂ ਸਰਵਿਸਿਜ਼ ਪ੍ਰੋਵਾਈਡ ਹੀ ਨਹੀਂ ਕਰ ਸਕਦੇ ਕਿਤੇ, ਕਿਉਂਕਿ ਕਸਟਮਰ ਆਊਗਾ ਨਹੀਂ ਫਿਰ ਕਿਹਦੀ ਸਰਵਿਸ ਦੇਣੀ ਹੈ। ਸਰਵਿਸਿਜ਼ ਦਾ ਮਤਲਬ ਤਾਂ ਹਮੇਸ਼ਾ ਇੰਟੈਂਜੀਬਲ ਹੀ ਹੁੰਦਾ ਨਾ, ਕਸਟਮਰ ਸੈਟੀਸਫਾਈਡ ਹੋ ਕੇ ਜਾਂਦਾ, ਉਹਨਾਂ ਨੂੰ ਲੱਗਦਾ ਵੀ ਹਾਂ ਤੁਸੀਂ ਬੈਟਰ ਸਰਵਿਸ ਦੇ ਰਹੇ ਹੈਗੇ ਹੋ। ਉਸ ਤੋਂ ਬਾਅਦ ਹੈਗਾ ਆਟੋਮੇਸ਼ਨ। ਜਦੋਂ ਵੀ ਕਹਿੰਦਾ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ, ਆਟੋਮੇਸ਼ਨ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਆਟੋਮੇਸ਼ਨ ਦਾ ਮਤਲਬ ਅਸੀਂ ਬਹੁਤ ਵਾਰ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜੋ ਵੀ ਕੰਮ ਹੋ ਰਿਹਾ ਉਹ ਮਸ਼ੀਨਰੀ ਦੇ ਵਿੱਚ ਹੀ ਹੋ ਰਿਹਾ ਹੋਣਾ ਚਾਹੀਦਾ, ਜ਼ਰੂਰੀ ਹੈ। ਬਿਨਾਂ ਆਟੋਮੇਸ਼ਨ ਕਦੇ ਵੀ ਕੰਪਨੀ ਦੇ ਵਿੱਚ ਕਹਿੰਦਾ ਕੰਮ ਨਹੀਂ ਚੱਲ ਸਕਦਾ, ਚਾਹੇ ਉਹ ਸਰਵਿਸ ਡਿਪਾਰਟਮੈਂਟ ਹੈ ਚਾਹੇ ਉਹ ਪ੍ਰੋਡਕਟ ਡਿਪਾਰਟਮੈਂਟ ਹੈ, ਕਿਉਂਕਿ ਆਟੋਮੇਸ਼ਨ ਦੇ ਵਿੱਚ ਜ਼ਿਆਦਾਤਰ ਲੋਕ ਖੁਦ ਪਸੰਦ ਕਰਦੇ ਨੇ। ਐਗਜ਼ਾਮਪਲ ਹੁਣ ਲਈ ਅਸੀਂ ਮੈਕਡੀ ਵਗੈਰਾ ਜਾਂਦੇ, ਜਿਵੇਂ ਕਿਤੇ ਵੀ ਮੈਕਡੀ ਚਲੇ ਗਏ ਜਾਂ ਫਿਰ ਕਿਤੇ ਰੈਸਟੋਰੈਂਟ ਚਲੇ ਗਏ, ਉੱਥੇ ਸਾਰਾ ਕੰਮ ਹੱਥਾਂ ਨਾਲ ਤਾਂ ਨਹੀਂ ਹੁੰਦਾ, ਚੀਜ਼ਾਂ ਬਣਾ ਕੇ ਹੋ ਗਈ ਮਸ਼ੀਨਰੀ ਦੇ ਵਿੱਚ ਕਰ ਦਿੰਦੇ ਨੇ, ਫਟਾਫਟ ਮਸ਼ੀਨਰੀ ਰੈਡੀ ਕਰਕੇ ਸਾਨੂੰ ਦੇ ਦਿੰਦੇ, ਸਾਨੂੰ ਸਰਵ ਕਰ ਦਿੰਦੇ ਨੇ। ਜਿਵੇਂ ਅਸੀਂ ਕਿ ਐਗਜ਼ਾਮਪਲ ਪੀਜ਼ਾ ਹੀ ਤੁਸੀਂ ਬਣਵਾਇਆ, ਪੀਜ਼ਾ ਨੂੰ ਉਹਨਾਂ ਨੇ ਗਰਮ ਕਰਨਾ, ਉਹਦੇ ਉੱਪਰ ਜੋ ਕਰੀਮ ਹੈ ਮੈਲਟ ਮੁਲਟ ਕਰਨੀ ਜਾਂ ਕੁਝ ਵੀ ਹੈ ਉਹ ਹੱਥ ਨਾਲ ਨਹੀਂ ਹੁੰਦੀ ਹੈਗੀ। ਤਾਂ ਉਹ ਕਹਿੰਦੇ ਮਸ਼ੀਨਰੀ ਨਾਲ ਜਿੰਨਾ ਜਲਦੀ ਹੋਊਗਾ ਇੱਕ ਤਾਂ ਥੋੜਾ ਟੇਸਟ ਵੱਧ ਜਾਣਾ ਹੈਗਾ, ਉਹ ਲੋਕਾਂ ਨੂੰ ਸਵਾਦ ਨਹੀਂ ਲੱਗਣਾ, ਔਰ ਜਲਦੀ ਤੋਂ ਜਲਦੀ ਸਰਵਿਸ ਵੀ ਪ੍ਰੋਵਾਈਡ ਹੋ ਜਾਂਦੀ ਹੈਗੀ ਹੈ। ਜਦੋਂ ਵੀ ਸਰਵਿਸਿਜ਼ ਦੀ ਗੱਲ ਕਰਦੇ ਹਾਂ ਤਾਂ ਕਹਿੰਦਾ ਇਹਦੇ ਵਿੱਚ ਲੋ ਵੋਲਿਊਮ ਟਿਪਕਲੀ ਮੀਨਸ ਦੀ ਫੋਲੋਇੰਗ। ਸਾਡੇ ਕੋਲ ਕੁਝ ਲੋ ਵੋਲਿਊਮ, ਸਭ ਤੋਂ ਪਹਿਲਾਂ ਇੱਕ ਤਾਂ ਪ੍ਰੋਸੈਸ, ਸੈਕੰਡ ਆਊਟਸੋਰਸਿੰਗ। ਜਦੋਂ ਵੀ ਸਰਵਿਸਿਜ਼ ਹੋਗੀ ਆਊਟਸੋਰਸਿੰਗ ਹੋਣਾ ਜ਼ਰੂਰੀ ਹੈ, ਰਿਸੋਰਸ ਦੀ ਫਲੈਕਸੀਬਿਲਿਟੀ ਹੋਣਾ ਜ਼ਰੂਰੀ ਹੈ, ਕਸਟਮਰ ਇਨਵੋਲਵਮੈਂਟ ਐਂਡ ਕੈਪੀਟਲ ਇੰਟੈਂਸਿਟੀ। ਕੈਪੀਟਲ ਦੀ ਵੀ ਕਹਿੰਦਾ ਤੁਸੀਂ ਇੰਟੈਂਸਿਟੀ ਲੈ ਕੇ ਚੱਲਣੀ ਹੈਗੀ ਹੈ। ਕੈਪੀਟਲ ਮਤਲਬ ਤੁਹਾਡੇ ਕੋਲ ਪੈਸਾ ਵੀ ਅਵੇਲੇਬਲ ਹੋਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ, ਅਗਰ ਤੁਹਾਡੇ ਕੋਲ ਪੈਸਾ ਨਹੀਂ ਹੋਊਗਾ ਤਾਂ ਤੁਸੀਂ ਕਿਸ ਤਰ੍ਹਾਂ ਕੰਮ ਕਰਵਾ ਲਓਗੇ। ਵਿਦਆਊਟ ਪੈਸਾ ਲਗਾਏ ਕਦੇ ਵੀ ਕੋਈ ਕੰਮ ਨਹੀਂ ਹੋ ਸਕਦਾ ਹੈਗਾ। ਸਰਵਿਸਿਜ਼ ਦੇ ਵਿੱਚ ਜ਼ਰੂਰੀ ਹੈ, ਚਾਹੇ ਉਹ ਤੁਸੀਂ ਲੋ ਵੋਲਿਊਮ ਦੇ ਵਿੱਚ ਕੰਮ ਕਰ ਰਹੇ ਹੋ ਚਾਹੇ ਹਾਈ ਵੋਲਿਊਮ ਦੇ ਵਿੱਚ ਕੰਮ ਕਰ ਰਹੇ ਹੋ। ਜਦ ਤੱਕ ਤੁਹਾਡੇ ਕੋਲ ਕੈਪੀਟਲ ਅਵੇਲੇਬਲ ਨਹੀਂ ਹੋਊਗੀ ਤੁਸੀਂ ਪੈਸੇ ਨਹੀਂ ਕਮਾ ਸਕਦੇ, ਕਿਉਂਕਿ ਸਰਵਿਸਿਜ਼ ਦੇ ਵਿੱਚ ਚਾਹੇ ਪ੍ਰੋਡਕਸ਼ਨ ਦੇ ਵਿੱਚ ਹੋ ਗਿਆ, ਗੁੱਡਸ ਦੇ ਵਿੱਚ ਪੈਸਾ ਪਹਿਲਾਂ ਤਾਂ ਜ਼ਰੂਰ ਲਗਾਉਣਾ ਪੈਂਦਾ ਹੈਗਾ, ਜਦ ਤੱਕ ਲੱਗੂਗਾ ਨਹੀਂ ਉਦ ਤੱਕ ਕੋਈ ਰਿਟਰਨ ਨਹੀਂ ਮਿਲਦਾ। ਫਿਰ ਹੈਗੀ ਸਾਡੇ ਕੋਲ ਡਿਜ਼ਾਈਨਿੰਗ ਪ੍ਰੋਸੈਸ। ਡਿਜ਼ਾਈਨਿੰਗ ਪ੍ਰੋਸੈਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਵੀ ਜਦੋਂ ਕੋਈ ਪ੍ਰੋਡਕਟ ਬਣਦਾ ਹੈ ਜਾਂ ਫਿਰ ਕੋਈ ਸਰਵਿਸਿਜ਼ ਹੁੰਦੀ ਉਹਦੀ ਡਿਜ਼ਾਈਨਿੰਗ ਤਾਂ ਹਮੇਸ਼ਾ ਹੁੰਦੀ ਹੈਗੀ ਹੈ। ਐਟ ਏ ਪ੍ਰੋਡਕਟ ਕੰਸੈਪਸ਼ਨ ਸਟੇਜ, ਮੈਨੂਫੈਕਚਰਿੰਗ ਪਰਪਸ, ਇਨਵੈਸਟੀਗੇਸ਼ਨ ਪ੍ਰੋਸੈਸ, ਕੰਸੈਪਟ। ਤੁਸੀਂ ਚਾਹੇ ਕਹਿੰਦਾ ਕਿਸੇ ਚੀਜ਼ ਨੂੰ ਇਨਵੈਸਟ ਕਰ ਰਹੇ ਹੋ, ਚਾਹੇ ਤੁਸੀਂ ਕਿਸੇ ਪ੍ਰੋਡਕਟ ਨੂੰ ਮੈਨੂਫੈਕਚਰ ਕਰ ਰਹੇ ਹੋ ਜਾਂ ਫਿਰ ਕਿਸੇ ਪ੍ਰੋਡਕਟ ਦੀ ਪਹਿਲੀ ਹੀ ਸਟੇਜ ਤੇ ਤੁਸੀਂ ਖੜੇ ਹੋ, ਸਭ ਤੋਂ ਜ਼ਰੂਰੀ ਜਿਹੜਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਉਹ ਹੁੰਦਾ ਡਿਜ਼ਾਈਨ। ਜਦ ਤੱਕ ਡਿਜ਼ਾਈਨ ਨਹੀਂ ਕਰਿਆ ਹੋਊਗਾ, ਡਿਜ਼ਾਈਨ ਤੋਂ ਬਿਨਾਂ ਅੱਗੇ ਕੰਮ ਸਟਾਰਟ ਹੀ ਨਹੀਂ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਕੋਈ ਪ੍ਰੋਡਕਟ ਬਣਾਉਣਾ ਹੈ ਸਾਡਾ ਮਾਈਂਡ ਬਿਲਕੁਲ ਬਲੈਂਕ ਹੁੰਦਾ ਹੈ। ਕਾਫੀ ਵਾਰ ਕੰਡੀਸ਼ਨ ਤਾਂ ਇਦਾਂ ਦੀ ਵੀ ਆਉਂਦੀ ਹੈਗੀ, ਸਾਨੂੰ ਜ਼ੀਰੋ, ਅਸੀਂ ਕਹਿੰਦੇ ਜ਼ੀਰੋ ਬੇਸ, ਜਿਵੇਂ ਅਸੀਂ ਇੱਕ ਟੌਪਿਕ ਪੜ੍ਹਿਆ ਹੋਇਆ ਜ਼ੀਰੋ ਬੇਸ ਬਜਟਿੰਗ, ਅਸੀਂ ਇਹਨੂੰ ਕਹਿ ਸਕਦੇ ਹਾਂ ਜ਼ੀਰੋ ਬੇਸ ਬਜਟਿੰਗ ਤਾਂ ਨਹੀਂ ਲੈਂਦੇ, ਜ਼ੀਰੋ ਬੇਸ ਮੀਨਸ ਸਾਨੂੰ ਅੱਗੇ ਕੋਈ ਗਾਈਡ ਕਰਨ ਵਾਲਾ ਕੋਈ ਪਰਸਨ ਨਹੀਂ ਹੈ, ਅਸੀਂ ਜ਼ੀਰੋ ਤੋਂ ਹੀ ਸਟੈਪ ਚੁੱਕਣਾ ਹੈ, ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ। ਉਸ ਟਾਈਮ ਤੇ ਅਸੀਂ ਕਹਿ ਸਕਦੇ ਹਾਂ ਕਿ ਡਿਜ਼ਾਈਨਿੰਗ ਹੋਣੀ ਬਹੁਤ ਜ਼ਰੂਰੀ ਹੈ। ਵਿਦਆਊਟ ਡਿਜ਼ਾਈਨਿੰਗ ਕਦੀ ਵੀ ਕੋਈ ਕੰਪਨੀ ਜੋ ਹੈ ਆਪਣੇ ਟਾਰਗੇਟ ਸੈਟ, ਆਪਣੇ ਆਬਜੈਕਟਿਵ ਨਹੀਂ ਕੰਪਲੀਟ ਕਰ ਸਕਦੀ। ਤਾਂ ਸਾਨੂੰ ਜ਼ਰੂਰੀ ਹੈ ਕਿ ਅਸੀਂ ਉਹ ਕੰਮ ਈਜ਼ੀਲੀ ਬੇਸ ਨਾਲ ਕੰਪਲੀਟ ਕਰਨ ਦਾ ਡਿਜ਼ਾਈਨ। ਇਹਦੇ ਵਿੱਚ ਲਿਖਿਆ ਗਿਆ ਵੀ ਫਾਈਨਲੀ ਦੀ ਰਿਲੀਜ਼ ਦੀ ਪ੍ਰੋਡਕਟ ਪ੍ਰੋਸੈਸ ਮੈਨੇਜਮੈਂਟ ਟੂ ਰੈਂਪ ਪਲਾਨ ਵੋਲਿਊਮ ਟਾਰਗੇਟਸ, ਮੀਟ ਟਾਰਗੇਟਸ ਦੀ ਕੁਆਲਿਟੀ, ਯੀਲਡ ਐਂਡ ਕੋਸਟ। ਡਿਜ਼ਾਈਨਿੰਗ ਕਹਿੰਦਾ ਕਿਸੇ ਵੀ ਕੰਪਨੀ ਲਈ ਬਿਨਾਂ ਰੈਂਪ, ਅਸੀਂ ਕਹਿ ਸਕਦੇ ਹਾਂ ਬਿਨਾਂ ਵੋਲਿਊਮ ਟਾਰਗੇਟ ਤੋਂ ਜਾਂ ਫਿਰ ਆਪਣੇ ਟਾਰਗੇਟ ਨੂੰ ਕੁਆਲਿਟੀ ਨਾਲ ਡੀਲ ਕੀਤੇ ਬਿਨਾਂ ਕਦੇ ਵੀ ਕੰਪਨੀ ਆਪਣੇ ਟਾਰਗੇਟ ਅਚੀਵ ਨਹੀਂ ਕਰ ਸਕਦੀ। ਡਿਜ਼ਾਈਨਿੰਗ ਬਹੁਤ ਜ਼ਰੂਰੀ ਹੈ। ਡਿਜ਼ਾਈਨਿੰਗ ਦੋ ਭਾਗ ਦੇ ਵਿੱਚ ਹੈਗੀ, ਇੱਕ ਹੈਗੀ ਹੈ ਪ੍ਰੋਸੈਸ ਐਨਾਲਿਸਿਸ, ਦੂਜੀ ਹੈਗੀ ਹੈ ਆਪਰੇਸ਼ਨ ਐਨਾਲਿਸਿਸ। ਡਿਜ਼ਾਈਨਿੰਗ ਸਭ ਤੋਂ ਪਹਿਲਾਂ ਪ੍ਰੋਸੈਸ ਐਨਾਲਿਸਿਸ ਦਾ ਮੀਨਸ ਕੰਪਨੀ ਦੇ ਵਿੱਚ ਜਿਹੜਾ ਕੰਮ ਹੋਊਗਾ ਉਹ ਕਿਸ ਬੇਸ ਨਾਲ ਹੋਊਗਾ। ਥਰਡ ਹੈਗਾ ਆਪਰੇਸ਼ਨ ਐਨਾਲਿਸਿਸ, ਕਿਉਂਕਿ ਜੇ ਕਿਸੇ ਕੰਮ ਨੂੰ ਕੰਪਲੀਟ ਕਰਨਾ ਹੈ ਤਾਂ ਉਹਦੇ ਵਿੱਚ ਕਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਕੰਪਲੀਟ ਕਰਕੇ ਦਿਓਗੇ, ਜਿਸ ਬੇਸ ਨਾਲ ਕੰਪਨੀ ਦੇ ਵਿੱਚ ਡਿਜ਼ਾਈਨਿੰਗ ਕੰਪਲੀਟ ਹੋ ਸਕਦੀ ਹੈ। ਕਿਉਂਕਿ ਡਿਜ਼ਾਈਨਿੰਗ ਦੇ ਵਿੱਚ ਇਹ ਤਾਂ ਨਹੀਂ ਹੁੰਦਾ ਵੀ ਸਿਰਫ ਤੁਸੀਂ ਕੋਈ ਗ੍ਰਾਫ ਬਣਾ ਕੇ ਦੇਤਾ ਉਹਨਾਂ ਨੂੰ ਵੀ ਕੰਮ ਹੋ ਜਾਊਗਾ।